2015 ਛੱਡ ਗਿਆ ਕੁਝ ਖੱਟੀਆਂ ਮਿੱਠੀਆਂ ਯਾਦਾਂ। ਕੈਨੇਡਾ ਲਈ ਰਿਹਾ ਇਤਿਹਾਸਕ ਸਾਲ, ਕਈ ਨਵੇਂ ਅਧਿਆਏ ਦੀ ਹੋਈ ਸ਼ੁਰੂਆਤ। ਇਸ ਤੋਂ ਪਹਿਲਾਂ ਕਿ ਅਸੀਂ ਨਵੇਂ ਸਾਲ ਦਾ ਆਗਾਜ਼ ਕਰੀਏ, ਨਵੀਆਂ ਉਮੀਦਾਂ ਦੀ ਗੱਲ ਕਰੀਏ, ਨਜ਼ਰ ਪਾਵਾਂਗੇ ਇਸ ਬੀਤੇ ਸਾਲ ਤੇ। ਮੈਂ ਹਾਂ ਰੁਪਿੰਦਰ ਤੇ ਮੈਂ ਹਾਂ ਜਸਲੀਨ, ਔਰ ਲੈ ਕੇ ਚੱਲਾਂਗੇ ਤੁਹਾਨੂੰ ਨਵੇਂ ਸਾਲ ਤੇ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਸਾਲ 2015 ਸਿਆਸੀ ਪੱਖੋਂ ਕਾਫੀ ਅਹਿਮ ਰਿਹਾ। ਲਿਬਰਲਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ। ਮੁਲਕ ਦੀ 3 ਕਰੋੜ ਜਨਤਾ ਨੇ ਕੰਜ਼ਰਵੇਟਿਵਸ ਦੇ ਹੱਥੋਂ ਰਾਜ ਭਾਗ ਲੈ ਕੇ ਲਿਬਰਲਸ ਦੇ ਹੱਥਾਂ ਵਿੱਚ ਸੌਂਪਿਆ। ਲਿਬਰਲ ਸਰਕਾਰ ਨੇ 184 ਸੀਟਾਂ ਨਾਲ ਪੂਰਨ ਬਹੁਮਤ ਹਾਸਲ ਕੀਤੀ। ਲਿਬਰਲ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਵਰਗ ਦੇ ਲੋਕਾਂ ਦੇ ਚਿਹਰਿਆਂ ਤੇ ਇੱਕ ਆਸ ਵੇਖਣ ਨੂੰ ਮਿਲੀ। ਆਸ ਇੱਕ ਬਿਹਤਰ ਜੀਵਨ ਦੀ, ਆਸ ਇੱਕ ਬਿਹਤਰ ਕੈਨੇਡਾ ਦੀ। ਕੈਨੇਡਾ ਵਿੱਚ 2015 ਨੂੰ ਜਸਟਿਨ ਟਰੂਡੋ ਦਾ ਸਾਲ ਕਰਾਰ ਦਿੱਤਾ ਜਾ ਸਕਦਾ ਹੈ, ਜਿਸ ਦੌਰਾਨ ਉਹ ਸੁਰਖੀਆਂ ਵਿੱਚ ਛਾਏ ਰਹੇ। ਉਹਨਾਂ ਨੇ ਆਪਣੀ ਪਾਰਟੀ ਨੂੰ ਤੀਜੇ ਸਥਾਨ ਤੋਂ ਸੱਤਾ ਦੇਸ਼ ਦੀ ਸੱਤਾ ਤੇ ਕਾਬਜ਼ ਕਰਵਾ ਦਿੱਤਾ ਅਤੇ ਪ੍ਰਧਾਨ ਮੰਤਰੀ ਦਾ ਤਾਜ ਆਪਣੇ ਸਿਰ ਤੇ ਸਜਾਇਆ। ਇਹ ਸਭ ਸਾਲ ਦੇ ਆਖਰੀ ਮਹੀਨਿਆਂ ਵਿੱਚ ਹੋਇਆ। ਦੇਸ਼ ਭਰ ਵਿੱਚ ਸੰਪਾਦਕਾਂ ਤੇ ਐਡੀਟਰਸ ਲਈ ਜਸਟਿਨ ਟਰੂਡੋ ਪਹਿਲੀ ਪਸੰਦ ਬਣੇ ਹੋਏ ਨੇ। ਕੈਨੇਡਾ ਵਿੱਚ ਆਮ ਚੋਣਾਂ ਹਰ ਵਾਰ ਵੱਡੀ ਖਬਰ ਹੁੰਦੀਆਂ ਨੇ, ਪਰ ਇਸ ਵਾਰ ਜਸਟਿਨ ਟਰੂਡੋ ਦੀ ਇਤਿਹਾਸਿਕ ਜਿੱਤ ਨੇ ਨਿਊਜ਼ ਐਡੀਟਰਸ ਨੂੰ ਆਪਣੀਆਂ ਲਿਖਤਾਂ ਵਿੱਚ ਸੋਧ ਕਰਨ ਲਈ ਮਜਬੂਰ ਕਰ ਦਿੱਤਾ। ਜਸਟਿਨ ਟਰੂਡੋ ਦੀ ਜਿੱਤ ਕਈ ਪੱਖਾਂ ਤੋਂ ਵੱਡੀ ਅਹਿਮੀਅਤ ਰੱਖਦੀ ਹੈ। ਪਹਿਲੀ ਗੱਲ ਇਹ ਕਿ ਲਿਬਰਲ ਪਾਰਟੀ 2011 ਦੀਆਂ ਚੋਣਾਂ ਵਿੱਚ ਤੀਜੇ ਸਥਾਨ ਤੋਂ ਪਛੜ ਗਈ ਸੀ, ਜਦਕਿ ਦੂਜਾ ਇਹ ਕਿ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਸਾਬਕਾ ਪ੍ਰਧਾਨ ਮੰਤਰੀ ਦਾ ਬੇਟਾ ਦੇਸ਼ ਦੇ ਸਰਵਉੱਚ ਅਹੁਦੇ ਲਈ ਚੋਣਾਂ ਲੜ ਰਿਹਾ ਸੀ। ਇਸ ਦੇ ਨਾਲ ਹੀ ਲਿਬਰਲ ਪਾਰਟੀ ਦੀ ਜਿੱਤ ਨੇ 10 ਸਾਲ ਤੋਂ ਆਟਵਾ ਤੇ ਕਾਬਜ਼ ਕੰਜ਼ਰਵੇਟਿਵਸ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਕਈਆਂ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਟਰੂਡੋ ਨੇ ਜਿੱਤ ਦਰਜ ਕੀਤੀ, ਉਹ ਤਾਰੀਫ ਦੇ ਕਾਬਿਲ ਹੈ। ਇੱਕ ਨੌਜਵਾਨ ਨੇ ਕੰਜ਼ਰਵੇਟਿਵ ਪਾਰਟੀ ਦੇ ਸਿਆਸਤਦਾਨਾਂ ਨੂੰ ਚਿੱਤ ਕਰ ਦਿੱਤਾ। ਚੋਣਾਂ ਤੋਂ ਪਹਿਲਾਂ ਜਿਹੜੀ ਲਿਬਰਲ ਪਾਰਟੀ ਪਛੜੀ ਹੋਈ ਨਜ਼ਰ ਆ ਰਹੀ ਸੀ, ਨਤੀਜਿਆਂ ਤੋਂ ਬਾਅਦ ਉਹੀ ਅੱਗੇ ਆਈ। ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਨ ਵਿੱਚ ਜਸਟਿਨ ਟਰੂਡੋ ਸਫਲ ਰਹੇ। ਉਹ ਇਹ ਕਿ 1998 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਦੀ ਸੱਤਾ ਤੇ ਕਾਬਜ਼ ਕਿਸੇ ਪਾਰਟੀ ਨੇ ਕਿਊਬੈਕ ਦੀਆਂ ਜ਼ਿਆਦਾਤਰ ਸੀਟਾਂ ਤੇ ਜਿੱਤ ਦਰਜ ਕੀਤੀ। ਕਿਊਬੈਕ ਵਿੱਚ ਲਿਬਰਲ ਪਾਰਟੀ ਦੀ ਬਿਹਤਰੀਨ ਕਾਰਗੁਜ਼ਾਰੀ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੇ ਸਮੇਂ ਦਿਖਾਈ ਦਿੱਤੀ ਸੀ। ਇਸ ਦਾ ਸਿਹਰਾ ਜਸਟਿਨ ਟਰੂਡੋ ਦੇ ਸਿਰ ਜਾਂਦਾ ਹੈ, ਜਿਨ੍ਹਾਂ ਨਿਡਰ ਹੋ ਕੇ ਚੋਣ ਮੁਹਿੰਮ ਚਲਾਈ ਅਤੇ ਸਾਰਾ ਜ਼ੋਰ ਆਪਣੇ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਤੇ ਦਿੱਤਾ। ਜਸਟਿਨ ਟਰੂਡੋ ਨੇ ਆਪਣੀ ਵਜ਼ਾਰਤ ਦਾ ਐਲਾਨ ਕਰਦਿਆਂ ਚਾਰੋਂ ਪਾਸੇ ਵਾਵਾ ਖੱਟੀ। ਕੈਬਨਿਟ ਮਿਨਿਸਟਰਸ ਵਿੱਚ 4 ਸਿੱਖ ਵਿਅਕਤੀਆਂ ਦਾ ਸ਼ਾਮਲ ਹੋਣਾ ਇੱਕ ਇਤਿਹਾਸਕ ਕਦਮ ਹੈ। ਇਹ ਇੱਕ ਅਜਿਹਾ ਮਾਰਕਾ ਹੈ ਜੋ ਪੰਜਾਬ ਦੀ ਸੂਬਾਈ ਸਰਕਾਰ ਤੋਂ ਇਲਾਵਾ ਭਾਰਤ ਸਣੇ ਪੂਰੇ ਵਿਸ਼ਵ ਭਰ ਵਿੱਚ ਕਿਤੇ ਵੀ ਅਮਲ ਵਿੱਚ ਨਹੀਂ ਲਿਆਂਦਾ ਗਿਆ। ਇਸ ਤੋਂ ਇਲਾਵਾ 18 ਸਾਊਥ ਏਸ਼ੀਅਨਸ ਦਾ MP ਬਣਨਾ, 2 ਦਾ ਪਾਰਲੀਮਾਨੀ ਸਕੱਤਰ ਬਣਨਾ ਤੇ ਕੈਨੇਡੀਅਨ ਪਾਰਲੀਮੈਂਟ ਵਿੱਚ ਪੰਜਾਬੀ ਭਾਸ਼ਾ ਨੂੰ ਤੀਜੀ ਭਾਸ਼ਾ ਦਾ ਦਰਜਾ ਮਿਲਣਾ ਮਾਣ ਦੀ ਗੱਲ ਹੈ। ਸਲਾਮ ਹੈ ਜਸਟਿਨ ਟਰੂਡੋ ਦੀ ਸੋਚ ਨੂੰ, ਜਿਨ੍ਹਾਂ ਹੀਰੇ ਵਜ਼ੀਰਾਂ ਵਜੋਂ ਚੁਣੇ, ਜਿਸ ਤੋਂ ਉਮੀਦ ਹੈ ਕਿ ਸਮੁੱਚਾ ਕੈਨੇਡਾ ਲਾਹਾ ਖੱਟ ਸਕੇਗਾ। ਪਾਰਲੀਮੈਂਟ ਵਿੱਚ ਇਸ ਵਾਰ ਪੰਜਾਬੀਆਂ ਨੇ ਨਵਾਂ ਇਤਿਹਾਸ ਸਿਰਜਿਆ। ਪਾਰਲੀਮੈਂਟ ਵਿੱਚ ਪੰਜਾਬੀਆਂ ਦਾ MP ਦੇ ਤੌਰ ਤੇ ਸ਼ਾਮਲ ਹੋਣਾ 1993 ਤੋਂ ਸ਼ੁਰੂ ਹੋਇਆ, ਜਦੋਂ ਲਿਬਰਲ ਪਾਰਟੀ ਤੋਂ ਗੁਰਬਖਸ਼ ਸਿੰਘ ਮੱਲੀ ਪਹਿਲੀ ਵਾਰ MP ਬਣੇ। 2015 ਦੀਆਂ ਚੋਣਾਂ ਵਿੱਚ 19 ਪੰਜਾਬੀਆਂ ਦਾ ਪਾਰਲੀਮੈਂਟ ਵਿੱਚ ਜਾਣਾ ਇੱਕ ਨਵਾਂ ਰਿਕਾਰਡ ਹੈ। ਇਸ ਵਾਰ ਚੁਣੇ ਗਏ MP ਵਿੱਚ ਜ਼ਿਆਦਾਤਰ ਨੇ ਪਹਿਲੀ ਵਾਰ ਚੋਣ ਲੜੀ ਹੈ ਤੇ ਜਿੱਤ ਹਾਸਲ ਕੀਤੀ ਹੈ। ਗੱਲ ਓਨਟਾਰੀਓ ਦੀ ਕਰੀਏ ਤਾਂ ਬ੍ਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ, ਬ੍ਰੈਂਪਟਨ ਨਾਰਥ ਤੋਂ ਰੂਬੀ ਸਹੋਤਾ, ਬ੍ਰੈਂਪਟਨ ਸੈਂਟਰ ਤੋਂ ਰਮੇਸ਼ਵਰ ਸੰਘਾ, ਬ੍ਰੈਂਪਟਨ ਵੈਸਟ ਤੋਂ ਕਮਲ ਖਹਿਰਾ, ਬ੍ਰੈਂਪਟਨ ਈਸਟ ਤੋਂ ਰਾਜ ਗਰੇਵਾਲ, ਮਿਸਿਸਾਗਾ ਮਾਲਟਨ ਤੋਂ ਨਵਦੀਪ ਬੈਂਸ, ਮਿਸਿਸਾਗਾ ਸਟ੍ਰੀਟਸਵਿਲੇ ਤੋਂ ਗਗਨ ਸਿਕਨ, ਮਾਰਕਮ ਤੋਂ ਬੌਬ ਸਰੋਇਆ, ਕਿਚਨਰ ਤੋਂ ਰਾਜ ਸੈਣੀ, ਕਿਚਨਰ ਕੋਨੈਸਟੋਗਾ ਤੋਂ ਬਰਦੀਸ਼ ਛੱਗਰ ਨੇ ਜਿੱਤ ਹਾਸਲ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ, ਜਿਸ ਨੂੰ ਕਿ ਪੰਜਾਬੀਆਂ ਦਾ ਗੜ ਸਮਝਿਆ ਜਾਂਦਾ ਹੈ, ਉਥੋਂ ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਸਰੀ ਸੈਂਟਰ ਤੋਂ ਰਣਦੀਪ ਸਰਾਏ, ਵੈਂਕੂਵਰ ਸਾਊਥ ਤੋਂ ਹਰਜੀਤ ਸੱਜਣ, ਐਬਸਫੋਰਡ ਮੈਸਕੀ ਫਰੇਜ਼ਰ ਤੋਂ ਜੱਟੀ ਸਿੱਧੂ ਨੇ ਜਿੱਤ ਹਾਸਲ ਕੀਤੀ ਹੈ। ਐਲਬਰਟਾ ਵੱਲ ਨਜ਼ਰ ਮਾਰੀਏ ਤਾਂ ਅਮਰਜੀਤ ਸੋਹੀ, ਕੈਲਗਰੀ ਤੋਂ ਦੀਪਕ ਓਬਰਾਏ ਲਗਾਤਾਰ 7ਵੀਂ ਵਾਰ ਜੇਤੂ ਰਹੇ ਨੇ। ਇਸ ਦੇ ਨਾਲ ਹੀ ਕੈਲਗਰੀ ਸਕਾਈ ਵਿਊ ਤੋਂ ਦਰਸ਼ਨ ਕੰਗ ਨੇ ਜਿੱਤ ਹਾਸਲ ਕੀਤੀ ਹੈ।
ਕਿਊਬੈਕ ਤੋਂ ਅੰਜੂ ਢਿੱਲੋਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਚੋਣਾਂ ਵਿੱਚ ਬਰੈਂਪਟਨ ਖਾਸਾ ਖਿੱਚ ਦਾ ਕੇਂਦਰ ਰਿਹਾ ਹੈ। ਪੰਜਾਬੀਆਂ ਦਾ ਗੜ ਮੰਨੇ ਜਾਂਦੇ ਇਸ ਸ਼ਹਿਰ ਦੀਆਂ 5 ਸੀਟਾਂ ਵਿੱਚੋਂ 3 ਤੇ ਔਰਤਾਂ ਨੇ ਜਿੱਤ ਹਾਸਲ ਕੀਤੀ ਹੈ, ਜਿਸ ਨੇ ਬਹੁਤ ਹੀ ਦਿਲਚਸਪ ਤੇ ਸਿਆਸੀ ਰੂਪ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਲਿਬਰਲ ਪਾਰਟੀ ਦੀਆਂ ਕੁੱਲ 50 ਔਰਤਾਂ ਵਿੱਚੋਂ 42 ਪਹਿਲੀ ਵਾਰ MP ਬਣ ਕੇ ਜਾਣਗੀਆਂ। Justin J.P. Trudeau do solemnly ਲਿਬਰਲ ਆਗੂ ਜਸਟਿਨ ਟਰੂਡੋ ਨੇ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਤੇ ਇਸੇ ਦਿਨ ਪੰਜਾਬੀਆਂ ਲਈ ਨਵਾਂ ਇਤਿਹਾਸ ਸਿਰਜਿਆ ਗਿਆ। ਉਹਨਾਂ ਆਪਣੇ ਮੰਤਰੀ ਮੰਡਲ ਵਿੱਚ 4 ਪੰਜਾਬੀਆਂ ਨੂੰ ਥਾਂ ਦਿੱਤੀ। ਸਿੱਖ ਆਗੂ ਨਵਦੀਪ ਬੈਂਸ ਨੂੰ ਇਨੋਵੇਸ਼ਨ ਸਾਇੰਸ ਤੇ ਆਰਥਿਕ ਵਿਕਾਸ, ਹਰਜੀਤ ਸੱਜਣ ਨੂੰ ਰੱਖਿਆ, ਅਮਰਜੀਤ ਸੋਹੀ ਨੂੰ ਬੁਨਿਆਦੀ ਢਾਂਚਾ ਤੇ ਬਰਦੀਸ਼ ਜੱਗਰ ਨੂੰ ਛੋਟੇ ਉਦਯੋਗਾਂ ਅਤੇ ਸੈਰ ਸਪਾਟਾ ਬਾਰੇ ਮੰਤਰੀ ਬਣਾਇਆ ਗਿਆ। ਪੰਜਾਬੀ ਭਾਸ਼ਾ ਦੇ ਕੈਨੇਡਾ ਵਿੱਚ ਤੀਜੀ ਵੱਡੀ ਭਾਸ਼ਾ ਬਣਨ ਦੇ 4 ਸਾਲ ਬਾਅਦ ਹੁਣ ਪੰਜਾਬੀ ਨੂੰ ਕੈਨੇਡਾ ਸੰਸਦ ਵਿੱਚ ਤੀਜੀ ਭਾਸ਼ਾ ਦਾ ਦਰਜਾ ਮਿਲ ਗਿਆ ਹੈ। ਇੰਗਲਿਸ਼ ਅਤੇ ਫ੍ਰੈਂਚ ਤੋਂ ਬਾਅਦ ਹੁਣ ਕੈਨੇਡਾ ਪਾਰਲੀਮੈਂਟ ਵਿੱਚ ਪੰਜਾਬੀ ਤੀਜੇ ਨੰਬਰ ਤੇ ਹੈ। ਜ਼ਿਕਰਯੋਗ ਹੈ ਕਿ ਇਸ ਵਾਰ 18 ਪੰਜਾਬੀ ਮੂਲ ਦੇ MP ਹਾਊਸ ਆਫ ਕਾਮਨਸ ਵਿੱਚ ਪਹੁੰਚੇ, ਪਰ 23 ਸਾਊਥ ਏਸ਼ੀਅਨਸ MP ਵਿੱਚੋਂ 20 ਪੰਜਾਬੀ ਭਾਸ਼ਾ ਬੋਲਦੇ ਨੇ। ਸਟੈਟਸ ਕੈਨੇਡਾ 2011 ਦੇ ਕੌਮੀ ਸਰਵੇ ਵਿੱਚ ਸਾਹਮਣੇ ਆਏ ਅੰਕੜਿਆਂ ਮੁਤਾਬਕ 4,30,705 ਕੈਨੇਡੀਅਨ ਨਾਗਰਿਕਾਂ ਦੀ ਮਾਂ ਭਾਸ਼ਾ ਪੰਜਾਬੀ ਸੀ ਤੇ ਅੰਗਰੇਜ਼ੀ ਤੇ ਫ੍ਰੈਂਚ ਤੋਂ ਬਾਅਦ ਇਸ ਦਾ ਤੀਜਾ ਨੰਬਰ ਸੀ, ਜੋ ਕੁੱਲ ਆਬਾਦੀ ਦਾ 1.3% ਬਣਦਾ ਹੈ। ਇਸ ਵਾਰ 20 ਪੰਜਾਬੀ ਭਾਸ਼ਾ ਬੋਲਣ ਵਾਲੇ ਸੰਸਦ ਮੈਂਬਰ ਬਣੇ ਨੇ, ਜੋ ਕਿ ਹਾਊਸ ਆਫ ਕਾਮਨਸ ਦੇ ਕੁੱਲ ਚੁਣੇ ਗਏ ਸੰਸਦ ਮੈਂਬਰਾਂ ਦਾ 6% ਹੈ। ਕੈਨੇਡਾ ਦੇ ਵਿੱਚ ਇਲੈਕਸ਼ਨਸ ਤੋਂ ਬਾਅਦ ਜਿਹੜਾ ਮਾਮਲਾ ਸਭ ਤੋਂ ਵੱਧ ਸੁਰਖੀਆਂ ਦੇ ਵਿੱਚ ਰਿਹਾ, ਜੋ ਹਰ ਦਿਨ ਭਖਦਾ ਨਜ਼ਰ ਆਇਆ, ਜੋ ਹਰ ਦਿਨ ਇੱਕ ਨਵਾਂ ਮੋੜ ਲੈਂਦਾ ਨਜ਼ਰ ਆਇਆ, ਉਹ ਸੀ ਸ਼ਰਨਾਰਥੀਆਂ ਨੂੰ ਵਸਾਉਣ ਦਾ। ਇਹ ਮਾਮਲਾ ਉਦੋਂ ਹੋਰ ਵੀ ਵੱਧ ਗਿਆ ਜਦੋਂ 3 ਸਾਲਾ ਐਲਾਨ ਕੁਰਦੀ ਦੇ ਮ੍ਰਿਤਕ ਸ਼ਰੀਰ ਨੂੰ ਟਰਕੀ ਦੇ ਮੈਡੀਟੇਰੇਨੀਅਨ ਸੀ ਤੇ ਵੇਖਿਆ ਗਿਆ ਅਤੇ ਉਸ ਤੋਂ ਬਾਅਦ ਦੁਨੀਆ ਭਰ ਵਿੱਚੋਂ ਇਸ ਤੇ ਵੱਖ-ਵੱਖ ਪ੍ਰਤੀਕਰਮ ਆਏ, ਜਿਸ ਵਿੱਚ ਕੈਨੇਡਾ ਵੱਲੋਂ ਦਸੰਬਰ ਤੱਕ 25,000 ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੀ ਗੱਲ ਆਖੀ ਗਈ। ਪਰ ਕਿਉਂਕਿ ਮਾਮਲਾ ਸੀ ਸਿਕਿਉਰਿਟੀ ਦਾ, ਇਸ ਲਈ ਇਹ ਸਮਾਂ ਸੀਮਾ ਹੁਣ ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਇਸ ਸਮੇਂ ਆਈਸਿਸ ਦੀ ਮਾਰ ਚੱਲ ਰਹੇ ਲੱਖਾਂ ਰੈਫਿਊਜੀਜ਼ ਦੁਨੀਆ ਵੱਲ ਇਸ ਗੱਲੋਂ ਨਜ਼ਰਾਂ ਟਿਕਾਈ ਬੈਠੇ ਨੇ ਕਿ ਉਹਨਾਂ ਨੂੰ ਕਿਤੇ ਆਸਰਾ ਮਿਲ ਸਕੇ। ਇਨ੍ਹਾਂ ਰੈਫਿਊਜੀਆਂ ਵਿੱਚ ਜ਼ਿਆਦਾਤਰ ਸ਼ਰਨਾਰਥੀ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ, ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਮੁਸਲਿਮ ਦੇਸ਼ਾਂ ਨੇ ਇਨ੍ਹਾਂ ਰੈਫਿਊਜੀਆਂ ਨੂੰ ਸਹਾਰਾ ਦੇਣ ਲਈ ਕੋਈ ਹਾਮੀ ਨਹੀਂ ਭਰੀ, ਸਿਵਾਏ ਟਰਕੀ ਦੇ, ਜਿਸ ਦਾ ਬਾਰਡਰ ਸੀਰੀਆ ਦੇ ਨਾਲ ਲੱਗਦਾ ਹੈ। ਦੂਜੇ ਪਾਸੇ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਪਹਿਲਾਂ ਇਹ ਹਾਮੀ ਭਰੀ ਸੀ ਕਿ ਉਹ ਆਪੋ ਆਪਣੇ ਦੇਸ਼ਾਂ ਵਿੱਚ ਇਨ੍ਹਾਂ ਰੈਫਿਊਜੀਆਂ ਵਿੱਚੋਂ ਜਿਨ੍ਹਾਂ ਨੂੰ ਪਨਾਹ ਦੇ ਸਕਦੇ ਹਨ ਦੇਣਗੇ। ਪਰ ਬੀਤੇ ਦਿਨੀ ਫਰਾਂਸ ਉੱਤੇ ਹੋਏ ISI ਦੇ ਦਹਿਸ਼ਤਗਰਦੀ ਹਮਲੇ ਮਗਰੋਂ ਯੂਰਪ ਦੇ ਦੇਸ਼ ਰੈਫਿਊਜੀਆਂ ਨੂੰ ਪਨਾਹ ਦੇਣ ਬਾਰੇ ਹਿਚਕਚਾਉਣ ਲੱਗ ਪਏ ਅਤੇ ਅਮਰੀਕਾ ਦੇ 26 ਤੋਂ ਵੱਧ ਸੂਬਿਆਂ ਦੇ ਗਵਰਨਰਸ ਵੱਲੋਂ ਰੈਫਿਊਜੀਜ਼ ਨੂੰ ਆਪਣੇ ਸੂਬਿਆਂ ਵਿੱਚ ਕਾਲੀ ਨਾਲ ਪਨਾਹ ਦੇਣ ਦਾ ਵਿਰੋਧ ਕੀਤਾ ਜਾਣ ਲੱਗ ਪਿਆ। ਪਰ ਇਸ ਸਭ ਦੇ ਬਾਵਜੂਦ ਕੈਨੇਡਾ ਸਰਕਾਰ ਨੇ ਆਪਣੇ ਦੇਸ਼ ਵਿੱਚ 25,000 ਰੈਫਿਊਜੀਜ਼ ਨੂੰ ਇਸ ਸਾਲ ਦੇ ਅੰਤ ਤੱਕ ਪਨਾਹ ਦੇਣ ਦਾ ਐਲਾਨ। ਕਮਿਊਨਿਟੀ ਨਾਲ ਇੰਗੇਜ ਹੋਣ ਲਈ ਲੈਂਗੁਏਜ ਟ੍ਰੇਨਿੰਗ ਅਤੇ ਸਕਿੱਲਸ ਡਿਵੈਲਪਮੈਂਟ ਦੀ ਟ੍ਰੇਨਿੰਗ ਵੀ ਖਾਸ ਤੌਰ ਤੇ ਪ੍ਰੋਵਾਈਡ ਕੀਤੀ ਗਈ। ਪਰ ਦੂਜੇ ਪਾਸੇ ਲੋਕ ਵੀ ਇਸ ਗੱਲ ਤੋਂ ਚਿੰਤਿਤ ਹਨ ਕਿ ਕੈਨੇਡਾ ਉੱਤੇ $1.6 ਬਿਲੀਅਨ ਦਾ ਵਾਧੂ ਭਾਰ ਪਵੇਗਾ। ਲੋਕ ਰੈਫਿਊਜੀਜ਼ ਨੂੰ ਸ਼ਰਨ ਦੇਣ ਦੇ ਵਿਰੁੱਧ ਨਹੀਂ ਹਨ, ਪਰ ਉਹਨਾਂ ਦਾ ਮੰਨਣਾ ਹੈ ਕਿ ਪੂਰੀ ਪੁੱਛ ਪੜਤਾਲ ਮਗਰੋਂ ਹੀ ਉਹਨਾਂ ਨੂੰ ਕੈਨੇਡਾ ਲਿਆਂਦਾ ਜਾਵੇ। ਅਸੀਂ ਵੀ ਲਿਬਰਲ ਸਰਕਾਰ ਵੱਲੋਂ ਰੈਫਿਊਜੀਆਂ ਨੂੰ ਪਨਾਹ ਦੇਣ ਦਾ ਸਵਾਗਤ ਕਰਦੇ ਹਾਂ ਅਤੇ ਸਰਕਾਰ ਦਾ ਧਿਆਨ ਅਫਗਾਨਿਸਤਾਨ ਅਤੇ ਇਰਾਕ ਵਿੱਚ ਫਸੇ ਸਿੱਖ ਰੈਫਿਊਜੀਆਂ ਵੱਲ ਵੀ ਦਿਵਾਉਣਾ ਚਾਹੁੰਦੇ ਹਾਂ। ਜਦੋਂ ਇਲੈਕਸ਼ਨ ਇਸ਼ੂਜ਼ ਦੀ ਗੱਲ ਚੱਲ ਰਹੀ ਸੀ ਤਾਂ ਹੋਰਨਾਂ ਮੁੱਦਿਆਂ ਦੇ ਨਾਲ-ਨਾਲ ਐਨਵਾਇਰਨਮੈਂਟ ਲਈ ਵੀ ਕੰਸਰਨ ਸ਼ੋ ਕੀਤੇ ਗਏ ਤੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਦਿਆਂ ਹੀ ਜਸਟਿਨ ਟਰੂਡੋ ਨੇ ਇਸ ਵੱਲ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਪੈਰਿਸ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਹੋਈ ਕਲਾਈਮੇਟ ਚੇਂਜ ਕਾਨਫਰੰਸ ਦੇ ਵਿੱਚ ਲਗਭਗ 200 ਦੇਸ਼ਾਂ ਨੇ ਹਿੱਸਾ ਲਿਆ।
ਐਲਬਰਟਾ ਦੇ ਵਿੱਚ ਫਲੱਡਸ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਈਲਡ ਫਾਇਰਸ ਅਤੇ ਕਈ ਹੋਰ ਸੀਰੀਅਸ ਕਲਾਈਮੈਟਿਕ ਚੇਂਜਸ ਦੇ ਬਾਵਜੂਦ ਇਸ ਬੈਠਕ ਦੇ ਵਿੱਚ ਕੈਨੇਡਾ ਸਣੇ 195 ਦੇਸ਼ਾਂ ਨੇ ਇੱਕ ਇਤਿਹਾਸਿਕ ਕਲਾਈਮੇਟ ਐਗਰੀਮੈਂਟ ਤੇ ਹਸਤਾਖਰ ਕੀਤੇ। ਸਿਰਫ ਇੰਨਾ ਹੀ ਨਹੀਂ, ਪੈਰਿਸ ਦੀ ਮੀਟਿੰਗ ਤੋਂ ਪਹਿਲਾਂ ਜਸਟਿਨ ਟਰੂਡੋ ਨੇ 13 ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕੀਤੀ ਤੇ ਇਹ ਵੀ ਦੱਸਣਾ ਬਣਦਾ ਹੈ ਕਿ 2009 ਤੋਂ ਬਾਅਦ ਇਹ ਇਸ ਤਰ੍ਹਾਂ ਦੀ ਪਹਿਲੀ ਮੀਟਿੰਗ ਸੀ। ਪੈਰਿਸ ਵਿੱਚ ਕਲਾਈਮੇਟ ਚੇਂਜ ਨੂੰ ਲੈ ਕੇ ਹੋਈ COP21 ਕਾਨਫਰੰਸ ਵਿੱਚ 195 ਦੇਸ਼ਾਂ ਵੱਲੋਂ ਇੱਕ ਇਤਿਹਾਸਿਕ ਐਗਰੀਮੈਂਟ ਤੇ ਹਸਤਾਖਰ ਕੀਤੇ ਗਏ। ਇਸ ਐਗਰੀਮੈਂਟ ਤਹਿਤ ਗ੍ਰੀਨ ਇਨਫਰਾਸਟ੍ਰਕਚਰ ਅਤੇ ਸਾਫ਼ ਟੈਕਨੋਲੋਜੀਜ਼ ਵਿੱਚ ਨਵੇਂ ਨਿਵੇਸ਼ਾਂ ਰਾਹੀਂ ਕੈਨੇਡਾ ਦੇ ਅਰਥਚਾਰੇ ਅਤੇ ਭਾਈਚਾਰੇ ਨੂੰ ਸਹਿਯੋਗ ਦਿੱਤਾ ਜਾਵੇਗਾ। ਇਹ ਰਣਨੀਤਿਕ ਨਿਵੇਸ਼ ਨਾ ਸਿਰਫ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਵਿੱਚ ਮਦਦ ਕਰੇਗਾ, ਬਲਕਿ ਇਸ ਨਾਲ ਰੋਜ਼ਗਾਰ ਵੀ ਪੈਦਾ ਹੋਣਗੇ। ਕਈ ਦਿਨਾਂ ਤੱਕ ਚੱਲੀ ਇਸ ਬੈਠਕ ਵਿੱਚ ਜਸਟਿਨ ਟਰੂਡੋ ਨੇ ਪਹਿਲੀ ਵਾਰ ਕੈਨੇਡਾ ਦੀ ਨੁਮਾਇੰਦਗੀ ਕੀਤੀ ਅਤੇ ਸਪੌਟਲਾਈਟ ਵਿੱਚ ਉੱਭਰ ਕੇ ਆਏ। ਇਸ ਕਾਨਫਰੰਸ ਵਿੱਚ ਬਰਾਕ ਓਬਾਮਾ ਵੱਲੋਂ ਜਸਟਿਨ ਟਰੂਡੋ ਨੂੰ ਐਨਰਜੀ ਬੂਸਟਰ ਦੀ ਟਰਮ ਦਿੱਤੀ ਗਈ ਅਤੇ ਇਸ ਕਾਨਫਰੰਸ ਤੋਂ ਪਹਿਲਾਂ ਜਸਟਿਨ ਟਰੂਡੋ ਲੋਕਾਂ ਨਾਲ ਸੈਲਫੀ ਖਿਚਵਾਉਣ ਲਈ ਵੀ ਕਾਫੀ ਚਰਚਾ ਵਿੱਚ ਆਏ। ਜਸਟਿਨ ਟਰੂਡੋ ਨੇ ਲੰਡਨ ਵਿੱਚ ਕੁਈਨ ਐਲਿਜ਼ਾਬੈਥ ਨਾਲ ਵੀ 38 ਸਾਲਾਂ ਬਾਅਦ ਮੁਲਾਕਾਤ ਕੀਤੀ। ਪੈਰਿਸ ਵਿੱਚ ਹੋਈ ਇਸ ਕਾਨਫਰੰਸ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਲਾਈਮੇਟ ਚੇਂਜ ਉੱਤੇ ਕੈਨੇਡਾ ਦੀ ਕਾਰਵਾਈ ਤੇ ਆਧਾਰਿਤ 5 ਅਸੂਲਾਂ ਨੂੰ ਆਊਟਲਾਈਨ ਕੀਤਾ। ਕੈਨੇਡਾ ਸਾਇੰਟਿਫਿਕ ਐਵੀਡੈਂਸ ਦੇ ਤੌਰ ਤੇ ਕੰਮ ਕਰੇਗਾ। ਕੈਨੇਡਾ ਉਹਨਾਂ ਪਾਲਿਸੀਜ਼ ਨੂੰ ਸਪੋਰਟ ਕਰੇਗਾ ਜੋ ਲੋ ਕਾਰਬਨ ਇਕਨੋਮੀ ਲਈ ਲੋੜੀਂਦੀਆਂ ਹੋਣਗੀਆਂ। ਕੈਨੇਡਾ ਪ੍ਰੋਵਿੰਸ, ਟੈਰੀਟਰੀਜ਼, ਸਿਟੀਜ਼ ਅਤੇ ਇੰਡੀਜਨਸ ਆਗੂਆਂ ਨਾਲ ਮਿਲ ਕੇ ਕੰਮ ਕਰੇਗਾ। ਕਲਾਈਮੇਟ ਚੇਂਜ ਸੰਬੰਧੀ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੈਨੇਡਾ ਦੁਨੀਆ ਦੀ ਮਦਦ ਕਰੇਗਾ ਅਤੇ ਕੈਨੇਡਾ ਕਲਾਈਮੇਟ ਚੇਂਜ ਨੂੰ ਸਿਰਫ ਇੱਕ ਚੈਲੰਜ ਵਜੋਂ ਹੀ ਨਹੀਂ, ਬਲਕਿ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਵੀ ਕੰਮ ਕਰੇਗਾ। ਇਹਨਾਂ ਪ੍ਰਿੰਸੀਪਲਸ ਤਹਿਤ ਕੈਨੇਡਾ ਵੱਲੋਂ ਲੀਸਟ ਡਿਵੈਲਪਡ ਕੰਟਰੀਜ਼ ਫੰਡ, Climate and Early Warning System, G7 Initiative on Climate Risk Insurance, G7 African Renewable Energy Initiative ਅਤੇ short-lived climate pollutants ਨੂੰ ਐਡਰੈਸ ਕਰਨ ਲਈ $275 ਮਿਲੀਅਨ ਦੇ ਵਿੱਤੀ ਸਹਿਯੋਗ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਮਿਸ਼ਨ ਇਨੋਵੇਸ਼ਨ ਦੇ ਲਾਂਚ ਦੇ ਐਲਾਨ ਲਈ ਫ੍ਰੈਂਚ ਪ੍ਰੈਜ਼ੀਡੈਂਟ ਫ੍ਰਾਂਸਿਸ ਹਾਲੈਂਡ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਗੇਟਸ ਨਾਲ ਵੀ ਮੁਲਾਕਾਤ ਕੀਤੀ। ਕਲਾਈਮੇਟ ਚੇਂਜ ਐਗਰੀਮੈਂਟ ਦੇ ਨਾਲ ਕੈਨੇਡੀਅਨ ਬਿਜ਼ਨੈਸਿਸ ਦੇ ਕੋਲ ਇੱਕ ਸੋਲੂਸ਼ਨ ਦਾ ਹਿੱਸਾ ਬਣਨ ਅਤੇ ਲੋ ਕਾਰਬਨ ਇਕਨੋਮੀ ਬਣਾਉਣ ਲਈ ਇਨਕ੍ਰੈਡੀਬਲ ਅਪੋਰਚੁਨਿਟੀ ਹੈ। ਕਾਬਲੇ ਗੌਰ ਹੈ ਕਿ COP21 ਕਾਨਫਰੰਸ ਤੋਂ ਪਹਿਲਾਂ ਜਸਟਿਨ ਟਰੂਡੋ ਨੇ 13 ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਪ੍ਰੀਮੀਅਰਸ ਨਾਲ ਆਟਵਾ ਵਿੱਚ ਮੁਲਾਕਾਤ ਕੀਤੀ ਸੀ। 16 ਜਨਵਰੀ 2009 ਤੋਂ ਬਾਅਦ ਇਹ ਇਸ ਕਿਸਮ ਦੀ ਹੋਣ ਵਾਲੀ ਪਹਿਲੀ ਮੀਟਿੰਗ ਸੀ। ਸਾਲ 2015 ਦਾ ਇਹ ਸਫ਼ਰ ਜਾਰੀ ਰਹੇਗਾ। ਗੱਲ ਕਰਾਂਗੇ ਕੁਝ ਹੋਰ ਮੁੱਦਿਆਂ ਦੀ, ਗੱਲ ਕਰਾਂਗੇ ਕੁਝ ਹੋਰ ਅਹਿਮ ਪਹਿਲੂਆਂ ਦੀ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋ 2015 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦਾ ਦੌਰਾ ਕੀਤਾ, ਜਿਸ ਦੌਰਾਨ ਉਹ ਟੋਰਾਂਟੋ, ਵੈਨਕੂਵਰ ਅਤੇ ਆਟਵਾ ਗਏ। ਇਸ ਵਿਜ਼ਿਟ ਦੌਰਾਨ ਇੰਡੋ ਕੈਨੇਡੀਅਨ ਟ੍ਰੇਡ ਤੇ ਵਾਅਦੇ ਤੇ ਜ਼ੋਰ ਦਿੱਤਾ ਗਿਆ ਅਤੇ 16 ਕਮਰਸ਼ੀਅਲ ਐਗਰੀਮੈਂਟਸ ਸਾਈਨ ਕੀਤੇ ਗਏ, ਜਿਸ ਵਿੱਚ ਸਭ ਤੋਂ ਮਹੱਤਵਪੂਰਨ ਸੀ ਯੂਰੇਨੀਅਮ ਡੀਲ। ਇਸ ਤੋਂ ਇਲਾਵਾ ਟੋਰਾਂਟੋ ਦੇ ਰੀਕੋ ਕੋਲੋਸੀਅਮ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਇੰਡੋ ਕੈਨੇਡੀਅਨਸ ਨੂੰ ਸੰਬੋਧਨ ਕਰਨਾ, 에ਅਰ ਇੰਡੀਆ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣਾ, ਵੈਨਕੂਵਰ ਦੇ ਗੁਰਦੁਆਰਾ ਸਾਹਿਬ ਤੇ ਮੰਦਿਰ ਵਿੱਚ ਮੱਥਾ ਟੇਕਣਾ ਤੇ ਕਾਮਾਗਾਟਾ ਮਾਰੂ ਦੀ ਯਾਦਗਾਰ ਤੇ ਜਾਣਾ ਇਸ ਵਿਜ਼ਿਟ ਦਾ ਮੁੱਖ ਹਿੱਸਾ ਬਣੇ। ਦੋ 2015 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਫੇਰੀ ਤੇ ਕੈਨੇਡਾ ਪਹੁੰਚੇ ਤੇ ਆਟਵਾ, ਟੋਰਾਂਟੋ ਤੇ ਵੈਨਕੂਵਰ ਗਏ। ਇਸ ਵਿਜ਼ਿਟ ਦੌਰਾਨ ਕਈ ਪ੍ਰਮੁੱਖ ਅਖਬਾਰਾਂ ਵਿੱਚ ਮੋਦੀ ਮੇਨੀਆ ਛਾਇਆ ਰਿਹਾ ਤੇ ਪਹਿਲੇ ਪੇਜ ਤੋਂ ਲੈ ਕੇ ਸੰਪਾਦਕੀ ਤੱਕ ਨਰਿੰਦਰ ਮੋਦੀ ਦੀ ਕੈਨੇਡਾ ਯਾਤਰਾ ਦੇ ਲੇਖ ਸਨ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਟਵਾ ਪਹੁੰਚੇ, ਜਿੱਥੇ ਨਰਿੰਦਰ ਮੋਦੀ ਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਦੋ ਤਰਫਾ ਹੋਣ ਵਾਲੇ ਇੰਡੋ ਕੈਨੇਡੀਅਨ ਟ੍ਰੇਡ ਨੂੰ ਹੋਰ ਵਧਾਉਣ ਲਈ ਜ਼ੋਰ ਦਿੱਤਾ ਗਿਆ। ਦੋਵੇਂ ਲੀਡਰਾਂ ਵੱਲੋਂ ਦੋਵੇਂ ਦੇਸ਼ਾਂ ਵਿਚਾਲੇ ਵੱਧ ਤੋਂ ਵੱਧ ਚੀਜ਼ਾਂ ਦੇ ਆਦਾਨ ਪ੍ਰਦਾਨ ਨੂੰ ਵਧਾਵਾ ਦੇਣ ਦੀ ਗੱਲ ਕਹੀ ਗਈ ਤੇ ਪਿਛਲੇ ਸਮੇਂ ਦੌਰਾਨ ਹੋਏ ਵਿਕਾਸ ਤੇ ਖੁਸ਼ੀ ਜ਼ਾਹਰ ਕੀਤੀ ਗਈ। ਆਟਵਾ ਵਿਖੇ ਦੋਵੇਂ ਦੇਸ਼ਾਂ ਦੌਰਾਨ 16 ਕਮਰਸ਼ੀਅਲ ਐਗਰੀਮੈਂਟਸ ਸਾਈਨ ਹੋਏ,
ਜਿਨ੍ਹਾਂ ਵਿੱਚ ਮੁੱਖ ਸੀ ਯੂਰੇਨੀਅਮ ਡੀਲ, ਜਿਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਤੇ ਭਰੋਸੇ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਟੋਰਾਂਟੋ ਵਿਖੇ ਨਰਿੰਦਰ ਮੋਦੀ ਨੇ ਰਿਕੋ ਕੋਲੀਜ਼ੀਅਮ ਵਿਖੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਤੇ ਦੋਵੇਂ ਦੇਸ਼ਾਂ ਦੀ ਆਰਥਿਕ ਸਥਿਤੀ ਨੂੰ ਹੋਰ ਪੱਕਾ ਕਰਨ ਦੀਆਂ ਯੋਜਨਾਵਾਂ ਦੇ ਨਾਲ-ਨਾਲ ਦੇਸ਼ ਵਿੱਚ ਸਕਿਲਡ ਵਰਕਰਸ ਦੀ ਗਿਣਤੀ ਵਿੱਚ ਵਾਧਾ ਕਰਕੇ ਕੰਮ ਦੇ ਹਾਲਾਤਾਂ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਟੋਰਾਂਟੋ ਵਿਖੇ ਉਹਨਾਂ ਲੇਕ ਸ਼ੋਰ ਮੈਮੋਰੀਅਲ ਵਿਖੇ 에ਅਰ ਇੰਡੀਆ ਟੈਰਰਿਸਟ ਅਟੈਕ ਵਿੱਚ ਮਰਨ ਵਾਲਿਆਂ ਦੀ ਯਾਦ ਵਿੱਚ ਬਣਾਏ ਗਏ ਸਮਾਰਕ ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਕੈਨੇਡਾ ਵਿਜ਼ਿਟ ਦੌਰਾਨ ਉਹਨਾਂ ਦਾ ਆਖਰੀ ਪੜਾਅ ਸੀ ਵੈਂਕੂਵਰ, ਜਿੱਥੇ ਉਹਨਾਂ ਗੁਰਦੁਆਰਾ ਸਾਹਿਬ ਤੇ ਲక్ష్ਮੀ ਮੰਦਿਰ ਵਿਖੇ ਮੱਥਾ ਟੇਕਿਆ ਤੇ ਕਾਮਾਗਾਟਾ ਮਾਰੂ ਦੀ ਯਾਦਗਾਰ ਦੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਵਿਜ਼ਿਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਵਾਸੀਆਂ ਨੂੰ ਵੀਜ਼ਾ ਔਨ ਅਰਾਈਵਲ ਦਾ ਐਲਾਨ ਕੀਤਾ। ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਮੇਨ ਸਟ੍ਰੀਮ ਮੀਡੀਆ ਵਿੱਚ ਵੀ ਚਰਚਾ ਵਿੱਚ ਰਿਹਾ। ਇਸ ਸਾਲ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਕਾਫੀ ਕਮਜ਼ੋਰ ਰਿਹਾ ਅਤੇ ਪਿਛਲੇ 11 ਸਾਲਾਂ ਵਿੱਚ ਇਸ ਦੀ ਕੀਮਤ ਸਭ ਤੋਂ ਘੱਟ ਦਰਜ ਕੀਤੀ ਗਈ। ਇਕਨੋਮੀ ਦਾ ਮੁੱਦਾ ਇਲੈਕਸ਼ਨਸ ਵਿੱਚ ਵੀ ਛਾਇਆ ਰਿਹਾ। ਬੀਤੇ ਸਾਲ ਫਲਕਚੁਏਟ ਹੁੰਦੇ ਆਇਲ ਪ੍ਰਾਈਸਸ ਅਤੇ ਬੂਮ ਹੁੰਦੀ ਰੀਅਲ ਏਸਟੇਟ ਮਾਰਕੀਟ ਨੇ ਇਹ ਚਰਚਾ ਛੇੜੀ ਰੱਖੀ ਕਿ ਕੈਨੇਡੀਅਨ ਇਕਨੋਮੀ ਕਿਸ ਪਾਸੇ ਵੱਲ ਜਾ ਰਹੀ ਹੈ। ਲੂਨੀ ਦੇ ਪ੍ਰਾਈਸਸ ਘਟਣ ਦੇ ਨਾਲ ਐਕਸਪਰਟਸ ਵੱਲੋਂ ਇਹ ਉਮੀਦ ਲਗਾਈ ਗਈ ਕਿ 2016 ਵਿੱਚ ਫੂਡ ਪ੍ਰਾਈਸਸ ਦੇ ਵਿੱਚ ਵਾਧਾ ਹੋ ਸਕਦਾ ਹੈ ਅਤੇ ਇੱਕ ਐਵਰੇਜ ਸਾਲਾਨਾ ਗਰੋਸਰੀ ਬਿੱਲ ਦੇ ਵਿੱਚ $345 ਦਾ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਕੈਨੇਡੀਅਨ ਡਾਲਰ ਦੀਆਂ ਕੀਮਤਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਗਿਰਾਵਟ ਚਲੀ ਆ ਰਹੀ ਹੈ ਅਤੇ ਸਾਲ ਦੇ ਅਖੀਰ ਤੱਕ ਇਹ ਕੀਮਤ ਪਿਛਲੇ 11 ਸਾਲਾਂ ਵਿੱਚ ਸਭ ਤੋਂ ਘੱਟ ਦਰਜ ਕੀਤੀ ਗਈ। ਲੂਨੀ ਵਿੱਚ ਭਾਰੀ ਗਿਰਾਵਟ ਦੇ ਚੱਲਦਿਆਂ ਇਸ ਦਾ ਅਸਰ ਕੈਨੇਡਾ ਦੇ ਮੁੱਖ ਉਤਪਾਦਨ ਤੇਲ ਅਤੇ ਸੋਨੇ ਦੀਆਂ ਕੀਮਤਾਂ ਉੱਤੇ ਵੀ ਪੈਂਦਾ ਨਜ਼ਰ ਆਇਆ ਅਤੇ ਹੁਣ ਨਿਚਲੀਆਂ ਦਰਾਂ ਤੇ ਟ੍ਰੇਡ ਹੋ ਰਹੇ ਨੇ। ਬੀਤੇ ਵਰੇ ਤੋਂ ਤੇਲ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਡਾਲਰ ਉੱਤੇ ਨਿਰੰਤਰ ਦਬਾਅ ਲਗਾਤਾਰ ਜਾਰੀ ਹੈ ਅਤੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕੀਤੀਆਂ ਕਟੌਤੀਆਂ ਨੇ ਵੀ ਕੈਨੇਡੀਅਨ ਡਾਲਰ ਨੂੰ ਅਮਰੀਕਨ ਡਾਲਰ ਦੇ ਮੁਕਾਬਲੇ ਕਾਫੀ ਕਮਜ਼ੋਰ ਕੀਤਾ। ਜੁਲਾਈ ਵਿੱਚ ਕੈਨੇਡੀਅਨ ਡਾਲਰ ਦੀ ਕੀਮਤ 4% ਡਿੱਗਣ ਤੋਂ ਬਾਅਦ ਦਸੰਬਰ ਵਿੱਚ ਲੂਨੀ ਦੀ ਕੀਮਤ ਵਿੱਚ ਹੋਰ 3% ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਦੇ ਚੱਲਦਿਆਂ ਕੈਨੇਡੀਅਨ ਆਰਥਿਕਤਾ ਦੇ ਮੱਦੇਨਜ਼ਰ ਜ਼ਰੂਰੀ ਵਸਤੂਆਂ ਲਈ ਨਿਵੇਸ਼ਕਾਂ ਦੀ ਚਿੰਤਾ ਲਗਾਤਾਰ ਜਾਰੀ ਹੈ। 3Max ਵਿਖੇ ਡਾਇਰੈਕਟਰ ਆਫ ਰਿਸਰਚ ਇਆਨ ਨਾਕਾਮੋਟੋ ਨੇ ਇਸ ਸੰਬੰਧੀ ਆਪਣੀ ਰਾਏ ਦਿੰਦਿਆਂ ਕਿਹਾ ਸੀ ਕਿ ਇਹ ਗਲੋਬਲ ਗ੍ਰੋਥ ਵਿੱਚ ਆਈ ਆਤਮ ਵਿਸ਼ਵਾਸ ਦੀ ਕਮੀ ਕਾਰਨ ਹੀ ਵਿਸ਼ਵ ਪੱਧਰ ਉੱਤੇ ਸਟਾਕ ਮਾਰਕੀਟ ਉੱਤੇ ਇਹ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਹੀ ਪ੍ਰਭਾਵ ਕੈਨੇਡੀਅਨ ਡਾਲਰ ਉੱਤੇ ਵੀ ਵੇਖਣ ਨੂੰ ਮਿਲਿਆ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ 7 ਸਾਲਾਂ ਵਿੱਚ ਲੂਨੀ ਦੀ ਕੀਮਤ ਅਮਰੀਕਨ ਡਾਲਰ ਦੇ ਮੁਕਾਬਲੇ 55 ਸੈਂਟ ਦਰਜ ਕੀਤੀ ਜਾ ਸਕਦੀ ਹੈ, ਜੋ ਕਿ ਇਤਿਹਾਸ ਵਿੱਚ ਸਭ ਤੋਂ ਘੱਟ ਹੋਵੇਗੀ। ਲੂਨੀ ਵਿੱਚ ਲਗਾਤਾਰ ਚੱਲ ਰਹੀ ਗਿਰਾਵਟ ਦਾ ਅਸਰ ਰੀਟੇਲ ਸਟੋਰ ਡਾਲਰਾਮਾ ਵਿੱਚ ਮੌਜੂਦ ਵਸਤੂਆਂ ਦੀ ਕੀਮਤਾਂ ਤੇ ਵੀ ਪੈ ਸਕਦਾ ਹੈ। ਜਾਣਕਾਰੀ ਮੁਤਾਬਕ 2016 ਵਿੱਚ ਡਾਲਰਾਮਾ ਦੀ ਕੀਮਤਾਂ $3 ਤੋਂ $4 ਤੱਕ ਵਧਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇੰਪੋਰਟ ਮਹਿੰਗਾ ਹੋਣ ਕਰਕੇ 2016 ਵਿੱਚ ਫੂਡ ਪ੍ਰਾਈਸਸ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਇੱਕ ਐਵਰੇਜ ਹਾਊਸਹੋਲਡ ਦੇ ਸਾਲਾਨਾ ਗਰੋਸਰੀ ਬਿੱਲ ਵਿੱਚ $345 ਦਾ ਵਾਧੂ ਖਰਚਾ ਹੋਣ ਦੀ ਉਮੀਦ ਹੈ। ਕਾਬਲੇ ਗੌਰ ਹੈ ਕਿ ਕੈਨੇਡਾ ਵਿੱਚ 80% ਫਲ ਅਤੇ ਸਬਜ਼ੀਆਂ ਇੰਪੋਰਟ ਹੁੰਦੀਆਂ ਨੇ ਅਤੇ 2016 ਲਈ ਖਰੀਦਦਾਰ ਮੀਟ ਲਈ 4.5% ਦਾ ਵੱਧ ਭੁਗਤਾਨ ਕਰਨ ਦੀ ਉਮੀਦ ਕਰ ਸਕਦੇ ਨੇ। ਫੈਡਰਲ ਸਰਕਾਰ ਨੇ ਟੋਰਾਂਟੋ ਅਤੇ ਵੈਂਕੂਵਰ ਵਿੱਚ ਲਗਾਤਾਰ ਵਧ ਰਹੀਆਂ ਘਰਾਂ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਮਾਰਗੇਜ ਰੇਟਸ ਵਿੱਚ ਬਦਲਾਅ ਕੀਤੇ ਨੇ। 15 ਫਰਵਰੀ ਤੋਂ ਲਾਗੂ ਹੋ ਰਹੇ ਨਵੇਂ ਨਿਯਮਾਂ ਤਹਿਤ 5 ਲੱਖ ਤੋਂ ਵੱਧ ਦੀ ਕੀਮਤ ਵਾਲੇ ਮਕਾਨ ਖਰੀਦਣ ਲਈ ਘੱਟੋ-ਘੱਟ 10% ਦੀ ਡਾਊਨ ਪੇਮੈਂਟ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2012 ਵਿੱਚ ਮਾਰਗੇਜ ਰੇਟਸ ਵਿੱਚ ਬਦਲਾਅ ਕੀਤੇ ਗਏ ਸਨ। ਕੈਨੇਡਾ ਵਿੱਚ ਹੋਮ ਬਾਇਰਸ ਨੂੰ ਘਰ ਖਰੀਦਣ ਵੇਲੇ ਡਾਊਨ ਪੇਮੈਂਟ ਦੇਣੀ ਜ਼ਰੂਰੀ ਹੋਵੇਗੀ। ਵਿੱਤ ਮੰਤਰੀ ਬਿਲ ਮੋਰਨਿਓ ਨੇ ਐਲਾਨ ਕਰਦਿਆਂ ਕਿਹਾ ਕਿ $5 ਲੱਖ ਤੋਂ ਉੱਪਰ ਘਰ ਖਰੀਦਣ ਵੇਲੇ ਹੋਮ ਬਾਇਰਸ ਨੂੰ 10% ਦੀ ਡਾਊਨ ਪੇਮੈਂਟ ਕਰਨਾ ਮੈਂਡੇਟਰੀ ਹੋਵੇਗਾ ਅਤੇ $5 ਲੱਖ ਤੋਂ ਹੇਠਾਂ ਵਾਲੇ ਮਕਾਨਾਂ ਲਈ 5% ਦੀ ਡਾਊਨ ਪੇਮੈਂਟ ਕਰਨੀ ਹੋਵੇਗੀ। We're targeting this very specifically at parts of the housing market that present some changes that we don't believe leave us in as stable a situation as we should be.
ਬਿਲ ਮੌਨਰੋ ਦਾ ਮੰਨਣਾ ਹੈ ਕਿ ਇਸ ਬਦਲਾਅ ਦੇ ਨਾਲ ਮਾਰਕੀਟ ਉੱਤੇ ਜ਼ਰੂਰ ਅਸਰ ਪਵੇਗਾ ਅਤੇ ਇਸ ਦੇ ਨਾਲ ਹੀ ਇਸ ਨਾਲ ਫਰਸਟ ਟਾਈਮ ਹੋਮ ਬਾਇਰਸ ਨੂੰ ਮਾਰਕੀਟ ਵਿੱਚ ਲਿਆਉਣ ਲਈ ਵੀ ਇਨਕਰੇਜ ਕੀਤਾ ਜਾਵੇਗਾ। So we are aiming to make sure that we have a stable market, which we know benefits Canadians who have their largest investment in their homes and new Canadians looking to purchase their first home. ਕਾਬਲੇ ਗੌਰ ਹੈ ਕਿ ਹਾਊਸਿੰਗ ਵਿੱਚ ਸਰਕਾਰ ਦੀ ਭੂਮਿਕਾ ਇਕੁਇਟੇਬਲ, ਸਟੇਬਲ ਅਤੇ ਵਲਨਰੇਬਲ ਹੋਮਵਰਕ ਨੂੰ ਬਰਕਰਾਰ ਰੱਖਣਾ ਹੈ ਅਤੇ ਐਸੇ ਦੇ ਚਲਦਿਆਂ ਸਰਕਾਰ ਵੱਲੋਂ ਕੈਨੇਡਾ ਦੇ ਸ਼ਹਿਰਾਂ ਵਿੱਚ ਬੂਮਿੰਗ ਰੀਅਲ ਏਸਟੇਟ ਮਾਰਕੀਟ ਨੂੰ ਠੰਡਾ ਕਰਨ ਲਈ ਇਹ ਫੈਸਲਾ ਲਿਆ ਗਿਆ। ਜਸਲੀਨ ਕਾਲਰਾ, PTC ਨਿਊਜ਼, ਟੋਰਾਂਟੋ, ਕੈਨੇਡਾ। ਸਾਲ 2015 ਵਿੱਚ ਜਿੱਥੇ ਕਈ ਨਵੇਂ ਇਤਿਹਾਸ ਸਿਰਜੇ ਗਏ, ਉੱਥੇ ਹੀ ਇਸ ਸਾਲ ਕਈ ਕੌੜੀਆਂ ਯਾਦਾਂ ਵੀ ਛੱਡ ਗਿਆ। ਐਲਬਰਟਾ ਤੋਂ ਕੰਜ਼ਰਵੇਟਿਵ ਸਿੱਖ ਵਿਧਾਇਕ ਮਨਮੀਤ ਸਿੰਘ ਭੁੱਲਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਇਸ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। 35 ਸਾਲਾ ਮਨਮੀਤ ਭੁੱਲਰ ਸਿਰਫ ਇੱਕ ਚੰਗੇ ਬੁਲਾਰੇ ਹੀ ਨਹੀਂ ਪਰ ਇੱਕ ਜ਼ਿੰਦਾ ਦਿਲ ਇਨਸਾਨ ਵੀ ਸਨ। PTC ਪੰਜਾਬੀ ਵੱਲੋਂ ਮਨਮੀਤ ਭੁੱਲਰ ਨੂੰ ਭਾਵਭੀਣੀ ਸ਼ਰਧਾਂਜਲੀ। ਕੈਨੇਡਾ ਦੇ ਐਲਬਰਟਾ ਸੂਬੇ ਦੇ ਕੈਲਗਰੀ ਗ੍ਰੀਨਵੇ ਤੋਂ ਸਿੱਖ ਵਿਧਾਇਕ ਅਤੇ ਸਾਬਕਾ ਮੰਤਰੀ ਮਨਮੀਤ ਸਿੰਘ ਭੁੱਲਰ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬਰਫ਼ਬਾਰੀ ਕਾਰਨ ਬੇਕਾਬੂ ਹੋਈ ਇੱਕ ਕਾਰ ਨਾਲ ਇਹ ਹਾਦਸਾ ਵਾਪਰਿਆ। ਵਿਧਾਇਕ ਮਨਮੀਤ ਸਿੰਘ ਭੁੱਲਰ ਹਾਦਸੇ ਦੇ ਪੀੜਿਤ ਦੀ ਮਦਦ ਕਰਨ ਲਈ ਜਿਉਂ ਹੀ ਆਪਣੀ ਕਾਰ ਵਿੱਚੋਂ ਉਤਰੇ ਤਾਂ ਅਚਾਨਕ ਇੱਕ ਹੋਰ ਬੇਕਾਬੂ ਟਰੱਕ ਨੇ ਉਹਨਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਸੂਬੇ ਦੇ ਜਨਤਕ ਜੀਵਨ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਾਰੇ ਐਲਬਰਟਾ ਵਾਸੀਆਂ ਨੂੰ ਉਹਨਾਂ ਤੇ ਮਾਣ ਹੈ। ਮਨਮੀਤ ਭੁੱਲਰ ਦਾ ਜਨਮ 1 ਮਾਰਚ 1980 ਵਿੱਚ ਕੈਨੇਡਾ ਵਿੱਚ ਹੋਇਆ ਸੀ। 2008 ਵਿੱਚ ਉਹਨਾਂ ਨੇ ਪਹਿਲੀ ਵਾਰ ਐਲਬਰਟਾ ਵਿਧਾਨ ਸਭਾ ਦੀ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਛੋਟੀ ਉਮਰ ਵਿੱਚ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆ ਸੀ। ਇਸ ਤੋਂ ਬਾਅਦ 2011 ਵਿੱਚ ਮਨਮੀਤ ਸਿੰਘ ਭੁੱਲਰ ਐਲਬਰਟਾ ਵਿੱਚ ਕੈਬਨਿਟ ਮੰਤਰੀ ਬਣੇ ਸਨ। ਮਨਮੀਤ ਭੁੱਲਰ ਚੰਗੇ ਲੋਕ ਸੇਵਕ ਹੋਣ ਦੇ ਨਾਲ-ਨਾਲ ਨਿਆਂ ਅਤੇ ਪਾਰਦਰਸ਼ਤਾ ਲਈ ਸੰਘਰਸ਼ ਕਰਨ ਵਾਲੇ ਜਾਂਬਾਜ਼ ਵੀ ਸਨ। ਉਨ੍ਹਾਂ ਨੇ ਇਹ ਗੱਲ ਕੈਨੇਡਾ ਸਰਕਾਰ ਦੇ ਧਿਆਨ ਵਿੱਚ ਵੀ ਲਿਆਂਦੀ ਕਿ ਅਫਗਾਨਿਸਤਾਨ ਵਿੱਚ ਘੱਟ ਗਿਣਤੀ 300 ਸਿੱਖ ਅਤੇ ਹਿੰਦੂ ਪਰਿਵਾਰ ਦਹਿਸ਼ਤ ਵਿੱਚ ਜੀਵਨ ਬਤੀਤ ਕਰ ਰਹੇ ਨੇ। ਮਨਮੀਤ ਭੁੱਲਰ ਆਪਣੇ ਹਲਕੇ ਅਤੇ ਰਾਜ ਲਈ ਇੱਕ ਬੁਲੰਦ ਆਵਾਜ਼ ਸਨ। ਇਸ ਤੋਂ ਇਲਾਵਾ ਸਾਲ 2015 ਵਿੱਚ ਹੋਰ ਕਈ ਅਹਿਮ ਮੁੱਦੇ ਛਾਏ ਰਹੇ, ਜਿਵੇਂ ਕਿ ਮੈਰੀਜੁਆਨਾ ਲੀਗਲਾਈਜੇਸ਼ਨ ਦਾ ਮੁੱਦਾ, ਟਰੱਕਰ ਸਟ੍ਰਾਈਕ ਤੇ ਟੀਚਰ ਸਟ੍ਰਾਈਕ, ਸੈਕਸ ਐਜੂਕੇਸ਼ਨ ਅਤੇ ਨਕਾਬ ਇਸ਼ੂ। ਗੱਲ ਕਰਾਂਗੇ ਇਹਨਾਂ ਸਾਰੇ ਮੁੱਦਿਆਂ ਦੇ ਬਾਰੇ ਪਰ ਸਾਡੇ ਅਗਲੇ ਐਪੀਸੋਡ ਦੇ ਵਿੱਚ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਨੈਕਸਟ ਐਪੀਸੋਡ ਦੇ ਵਿੱਚ।